ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਅੱਜ ਦੇ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ 8ਵੀਂ ਜਮਾਤ ਦੇ ਸਾਇੰਸ ਵਿਸ਼ੇ ਦੇ ਰਿਡਿਊਸਡ ਸਿਲੇਬਸ ਅਤੇ ਸਟਰਕਚਰ ਆਫ ਪੇਪਰ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਬੇਟਾ, ਉਮੀਦ ਕਰਦੇ ਹਾਂ ਤੁਸੀਂ ਸਾਰੇ ਵਿਦਿਆਰਥੀ ਇਸ ਵੀਡੀਓ ਨੂੰ ਧਿਆਨ ਨਾਲ ਦੇਖੋਗੇ ਤੇ ਆਪਣੀ ਜਾਣਕਾਰੀ ਵਿੱਚ ਵਾਧਾ ਕਰੋਗੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਰਿਡਿਊਸਡ ਸਿਲੇਬਸ ਬਾਰੇ। ਬੇਟਾ, ਤੁਹਾਨੂੰ ਸਲਾਈਡ ਵਿੱਚ ਕੁਝ ਕਾਲਮ ਦਿਖ ਰਹੇ ਹਨ। ਇੱਕ ਕਾਲਮ ਵਿੱਚ ਪਾਠ ਦਾ ਨਾਮ ਲਿਖਿਆ ਹੈ ਤੇ ਦੂਜੇ ਕਾਲਮ ਵਿੱਚ ਘਟਾਏ ਗਏ ਟੌਪਿਕ ਜਾਂ ਫਿਰ ਪਾਠ ਦੱਸੇ ਗਏ ਹਨ। ਤੁਸੀਂ ਜਾਣਦੇ ਹੀ ਹੋ ਕਿ ਤੁਹਾਡੇ ਵਿਗਿਆਨ ਵਿਸ਼ੇ ਦੀ ਕਿਤਾਬ ਵਿੱਚ 18 ਅਧਿਆਏ 18 ਚੈਪਟਰਸ ਦਿੱਤੇ ਗਏ ਹਨ। ਉਹਨਾਂ ਵਿੱਚੋਂ ਕੁਝ ਚੈਪਟਰ ਕੱਟ ਦਿੱਤੇ ਗਏ ਹਨ ਤੇ ਕੁਝ ਚੈਪਟਰਸ ਵਿੱਚੋਂ ਕੁਝ ਇੱਕ ਟੌਪਿਕ ਕੱਟੇ ਗਏ ਹਨ। ਅਸੀਂ ਚੈਪਟਰ ਵਾਈਜ਼ ਤੁਹਾਨੂੰ ਡਿਟੇਲਸ ਦੱਸਾਂਗੇ। ਸਭ ਤੋਂ ਪਹਿਲਾ ਚੈਪਟਰ ਫਸਲ ਉਤਪਾਦਨ ਅਤੇ ਪ੍ਰਬੰਧਨ। ਬੇਟਾ, ਇਸ ਵਿੱਚ ਕੋਈ ਤਬਦੀਲੀ ਨਹੀਂ ਹੋਈ। ਇਹ ਤੁਸੀਂ ਪੂਰਾ ਚੈਪਟਰ ਯਾਦ ਕਰਨਾ ਹੈ। ਸੂਖਮ ਜੀਵ ਮਿੱਤਰ ਅਤੇ ਦੁਸ਼ਮਣ ਸੈਕਿੰਡ ਚੈਪਟਰ ਹੈ। ਇਸ ਵਿੱਚ ਵੀ ਕੋਈ ਤਬਦੀਲੀ ਨਹੀਂ ਹੋਈ। ਇਹ ਚੈਪਟਰ ਵੀ ਤੁਸੀਂ ਪੂਰਾ ਯਾਦ ਕਰਨਾ ਹੈ। ਤੀਜਾ ਚੈਪਟਰ ਹੈ ਸੰਸ਼ਲਿਸ਼ਟ ਰੇਸ਼ੇ ਅਤੇ ਪਲਾਸਟਿਕ। ਇਹ ਪੂਰਾ ਅਧਿਆਇ ਸਿਲੇਬਸ ਵਿੱਚੋਂ ਹਟਾ ਦਿੱਤਾ ਗਿਆ ਹੈ। ਚੌਥਾ ਚੈਪਟਰ ਪਦਾਰਥ, ਧਾਤਾਂ ਅਤੇ ਅਧਾਤਾਂ। ਇਸ ਚੈਪਟਰ ਵਿੱਚੋਂ ਟੌਪਿਕ 4.2 ਧਾਤਾਂ ਅਤੇ ਅਧਾਤਾਂ ਦੇ ਰਸਾਇਣਿਕ ਗੁਣ ਕੱਟ ਦਿੱਤੇ ਗਏ ਹਨ। ਪੰਜਵਾਂ ਚੈਪਟਰ ਕੋਲਾ ਅਤੇ ਪੈਟਰੋਲੀਅਮ। ਇਸ ਵਿੱਚ ਕੋਈ ਤਬਦੀਲੀ ਨਹੀਂ ਆਈ। ਇਹ ਚੈਪਟਰ ਵੀ ਤੁਸੀਂ ਪੂਰਾ ਯਾਦ ਕਰਨਾ ਹੈ। ਨੈਕਸਟ ਹੈ ਜਲਨ ਅਤੇ ਲਾਟ, ਅਧਿਆਇ ਨੰਬਰ 6। ਬੇਟਾ, ਇਸ ਵਿੱਚੋਂ ਟੌਪਿਕ 6.3 ਬਲਨ ਜਲਨ ਦੀਆਂ ਕਿਸਮਾਂ, ਟੌਪਿਕ 6.7 ਬਾਲਣ ਯੋਗਤਾ, ਇਹ ਹਟਾ ਦਿੱਤੇ ਗਏ ਹਨ। ਸੱਤਵਾਂ ਚੈਪਟਰ ਹੈ ਪੌਦਿਆਂ ਅਤੇ ਜੰਤੂਆਂ ਦਾ ਸੁਰੱਖਿਅਨ। ਇਸ ਵਿੱਚ ਕੋਈ ਤਬਦੀਲੀ ਨਹੀਂ ਹੋਈ। ਇਹ ਚੈਪਟਰ ਤੁਸੀਂ ਪੂਰਾ ਯਾਦ ਕਰਨਾ ਹੈ। ਅੱਠਵਾਂ ਚੈਪਟਰ ਸੈੱਲ ਬਣਤਰ ਅਤੇ ਕਾਰਜ। ਇਸ ਵਿੱਚ ਵੀ ਕੋਈ ਤਬਦੀਲੀ ਨਹੀਂ ਹੈ। ਇਹ ਪੂਰਾ ਚੈਪਟਰ ਤੁਹਾਡੇ ਸਿਲੇਬਸ ਵਿੱਚ ਹੈ। ਨੌਵਾਂ ਚੈਪਟਰ ਜੰਤੂਆਂ ਵਿੱਚ ਪ੍ਰਜਨਨ। ਇਸ ਵਿੱਚ ਵੀ ਕੋਈ ਤਬਦੀਲੀ ਨਹੀਂ ਹੋਈ। ਇਹ ਪੂਰਾ ਚੈਪਟਰ ਵੀ ਤੁਸੀਂ ਯਾਦ ਕਰਨਾ ਹੈ। ਅਧਿਆਇ ਨੰਬਰ 10 ਕਿਸ਼ੋਰ ਅਵਸਥਾ। ਇਹ ਪੂਰਾ ਅਧਿਆਇ ਘਟਾਇਆ ਗਿਆ ਹੈ। 11ਵਾਂ ਅਧਿਆਇ ਬਲ ਅਤੇ ਦਾਬ। ਇਸ ਵਿੱਚ ਕੋਈ ਤਬਦੀਲੀ ਨਹੀਂ ਹੋਈ। ਇਹ ਤੁਸੀਂ ਪੂਰਾ ਚੈਪਟਰ ਯਾਦ ਕਰਨਾ ਹੈ। ਚੈਪਟਰ ਨੰਬਰ 12 ਰਗੜ। ਇਸ ਵਿੱਚੋਂ ਟੌਪਿਕ 12.6 ਤਰਲ ਰਗੜ ਕੱਟ ਦਿੱਤਾ ਗਿਆ ਹੈ। ਚੈਪਟਰ ਨੰਬਰ 13 ਧੁਨੀ। ਇਸ ਵਿੱਚੋਂ ਕੁਝ ਟੌਪਿਕ ਹਟਾਏ ਗਏ ਹਨ। ਟੌਪਿਕ 13.4 ਅਸੀਂ ਧੁਨੀ ਨੂੰ ਆਪਣੇ ਕੰਨਾਂ ਨਾਲ ਸੁਣਦੇ ਹਾਂ। ਟੌਪਿਕ 13.7 ਰੋਲਾ, ਸ਼ੋਰ ਅਤੇ ਸੰਗੀਤ। ਟੌਪਿਕ 13.8 ਸ਼ੋਰ ਪ੍ਰਦੂਸ਼ਣ। ਇਹ ਟੌਪਿਕ ਅਧਿਆਇ ਨੰਬਰ 13 ਧੁਨੀ ਵਿੱਚੋਂ ਕੱਟ ਦਿੱਤੇ ਗਏ ਹਨ। ਚੈਪਟਰ ਨੰਬਰ 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ। ਇਸ ਵਿੱਚ ਕੋਈ ਤਬਦੀਲੀ ਨਹੀਂ ਹੋਈ। ਇਹ ਤੁਸੀਂ ਪੂਰਾ ਅਧਿਆਇ ਯਾਦ ਕਰਨਾ ਹੈ। ਚੈਪਟਰ ਨੰਬਰ 15 ਕੁਝ ਕੁਦਰਤੀ ਘਟਨਾਵਾਂ। ਇਹ ਪੂਰਾ ਅਧਿਆਇ ਘਟਾਇਆ ਗਿਆ ਹੈ, ਸਿਲੇਬਸ ਵਿੱਚ ਨਹੀਂ ਹੈ। ਚੈਪਟਰ ਨੰਬਰ 16 ਪ੍ਰਕਾਸ਼। ਇਸ ਵਿੱਚੋਂ ਕੁਝ ਟੌਪਿਕ ਕੱਟ ਦਿੱਤੇ ਗਏ ਹਨ। ਟੌਪਿਕ 16.7 ਸਾਡੀਆਂ ਅੱਖਾਂ ਦੀ ਰਚਨਾ ਕੀ ਹੈ। ਟੌਪਿਕ 16.8 ਅੱਖਾਂ ਦੀ ਦੇਖਭਾਲ। ਟੌਪਿਕ 16.9 ਕਮਜ਼ੋਰ ਨਿਗਾਹ ਵਾਲੇ ਵਿਅਕਤੀ ਪੜ੍ਹ ਲਿਖ ਸਕਦੇ ਹਨ। ਟੌਪਿਕ 16.10 ਬ੍ਰੇਲ ਪੱਧਤੀ ਕੀ ਹੈ। ਇਹ ਸਭ ਟੌਪਿਕ ਅਧਿਆਇ ਨੰਬਰ 16 ਵਿੱਚੋਂ ਘਟਾ ਦਿੱਤੇ ਗਏ ਹਨ। ਅਧਿਆਇ 17 ਤਾਰੇ ਅਤੇ ਸੂਰਜੀ ਪਰਿਵਾਰ। ਪੂਰਾ ਅਧਿਆਇ ਸਿਲੇਬਸ ਵਿੱਚੋਂ ਕੱਟ ਦਿੱਤਾ ਗਿਆ ਹੈ। ਅਧਿਆਇ 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ। ਇਸ ਵਿੱਚ ਕੋਈ ਤਬਦੀਲੀ ਨਹੀਂ ਹੋਈ। ਇਹ ਤੁਸੀਂ ਪੂਰਾ ਯਾਦ ਕਰਨਾ ਹੈ। ਹੁਣ ਬੇਟਾ, ਅਸੀਂ ਸਟਰਕਚਰ ਆਫ ਪੇਪਰ ਪ੍ਰਸ਼ਨ ਪੱਤਰ ਦੇ ਜਿਹੜੇ ਬਣਤਰ ਹੈ ਉਸ ਬਾਰੇ ਗੱਲ ਕਰਾਂਗੇ। ਤੁਹਾਡਾ ਜਿਹੜਾ ਲਿਖਤੀ ਪੇਪਰ ਹੈ ਉਹ ਕੁੱਲ 70 ਅੰਕਾਂ ਦਾ ਹੋਵੇਗਾ। ਪ੍ਰਯੋਗੀ ਪ੍ਰੀਖਿਆ 20 ਅੰਕਾਂ ਦੀ ਹੋਏਗੀ ਤੇ CCE ਤੁਹਾਡੀ 10 ਅੰਕਾਂ ਦੀ ਹੈ। ਕੁੱਲ ਸਮਾਂ ਸਾਡੇ ਪੇਪਰ ਦਾ ਹੋਏਗਾ 3 ਘੰਟੇ ਤੇ ਪ੍ਰਸ਼ਨ ਪੱਤਰ ਵਿੱਚ ਕੁੱਲ 16 ਪ੍ਰਸ਼ਨ ਹੋਣਗੇ। ਪ੍ਰਸ਼ਨ ਨੰਬਰ 1 ਦੇ 35 ਭਾਗ ਹੋਣਗੇ। ਹਰ ਇੱਕ ਭਾਗ 1 ਅੰਕ ਦਾ ਹੋਵੇਗਾ ਤੇ ਇਹ 35 ਭਾਗਾਂ ਵਿੱਚ ਖਾਲੀ ਥਾਵਾਂ, ਬਹੁ ਵਿਕਲਪੀ ਪ੍ਰਸ਼ਨ ਜਿਸ ਨੂੰ ਤੁਸੀਂ MCQs ਕਹਿੰਦੇ ਹੋ, ਸਹੀ ਗਲਤ ਤੇ ਮਿਲਾਨ ਕਰੋ, ਇਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾਣਗੇ। ਪ੍ਰਸ਼ਨ ਨੰਬਰ 2 ਤੋਂ 11 ਤੱਕ 2-2 ਅੰਕਾਂ ਵਾਲੇ ਹੋਣਗੇ
ਤੇ ਪ੍ਰਸ਼ਨ ਨੰਬਰ 12 ਤੋਂ 16 ਤੱਕ 3-3 ਅੰਕਾਂ ਵਾਲੇ ਹੋਣਗੇ। ਹੁਣ ਇਸ ਬਾਰੇ ਤੁਹਾਨੂੰ ਡਿਟੇਲ ਵਿੱਚ ਦੱਸਨੇ ਹਾਂ। ਬੇਟਾ ਇੱਥੇ ਤੁਸੀਂ ਦੇਖ ਸਕਦੇ ਹੋ ਪ੍ਰਸ਼ਨ ਪੱਤਰ ਦੀ ਬਣਤਰ ਬਾਰੇ ਤੁਹਾਨੂੰ ਡਿਟੇਲ ਦੱਸੀ ਜਾਏਗੀ। ਸਭ ਤੋਂ ਪਹਿਲਾਂ ਅਧਿਆਇ ਪਹਿਲੇ ਦੀ ਗੱਲ ਕਰੀਏ। ਬੇਟਾ ਤੁਸੀਂ ਦੇਖ ਸਕਦੇ ਹੋ ਪਾਠ ਨੰਬਰ 1 ਫਸਲ ਉਤਪਾਦਨ ਅਤੇ ਪ੍ਰਬੰਧਨ। ਇਸ ਵਿੱਚੋਂ 1 ਅੰਕ ਵਾਲੇ 3 ਪ੍ਰਸ਼ਨ ਆਣਗੇ ਤੇ 2 ਅੰਕਾਂ ਵਾਲਾ ਕੋਈ ਪ੍ਰਸ਼ਨ ਨਹੀਂ ਆਏਗਾ। 3 ਅੰਕਾਂ ਵਾਲਾ 1 ਪ੍ਰਸ਼ਨ ਆਏਗਾ ਤੇ ਇਸ ਚੈਪਟਰ ਵਿੱਚੋਂ ਕੁੱਲ 6 ਅੰਕ ਦਾ ਪੇਪਰ ਸੈੱਟ ਹੋਏਗਾ। ਅਧਿਆਇ ਨੰਬਰ 2 ਸੂਖਮ ਜੀਵ ਮਿੱਤਰ ਅਤੇ ਦੁਸ਼ਮਣ। ਇਸ ਵਿੱਚੋਂ 1 ਅੰਕ ਵਾਲੇ 2 ਪ੍ਰਸ਼ਨ ਪੁੱਛੇ ਜਾਣਗੇ ਤੇ 2 ਅੰਕ ਵਾਲਾ 1 ਪ੍ਰਸ਼ਨ ਪੁੱਛਿਆ ਜਾਏਗਾ। 3 ਅੰਕ ਵਾਲਾ ਵੀ 1 ਪ੍ਰਸ਼ਨ ਇਸ ਚੈਪਟਰ ਵਿੱਚੋਂ ਪੇਪਰ ਵਿੱਚ ਪੁੱਛਿਆ ਜਾਏਗਾ ਤੇ ਇਸ ਚੈਪਟਰ ਵਿੱਚੋਂ ਕੁੱਲ 7 ਅੰਕਾਂ ਦਾ ਪੇਪਰ ਆਏਗਾ। ਨੈਕਸਟ ਚੈਪਟਰ ਨੰਬਰ 3 ਸੰਸ਼ਲਿਸ਼ਟ ਰੇਸ਼ੇ ਅਤੇ ਪਲਾਸਟਿਕ। ਇਹ ਸਿਲੇਬਸ ਵਿੱਚ ਨਹੀਂ ਹੈ। ਚੈਪਟਰ ਨੰਬਰ 4 ਪਦਾਰਥ ਧਾਤਾਂ ਅਤੇ ਅਧਾਤਾਂ। ਇਸ ਵਿੱਚੋਂ 2 ਪ੍ਰਸ਼ਨ 1 ਅੰਕ ਵਾਲੇ ਪੁੱਛੇ ਜਾਣਗੇ। 1 ਪ੍ਰਸ਼ਨ 2 ਅੰਕ ਵਾਲਾ ਹੋਏਗਾ। 3 ਅੰਕ ਵਾਲਾ ਕੋਈ ਪ੍ਰਸ਼ਨ ਇਸ ਚੈਪਟਰ ਵਿੱਚੋਂ ਨਹੀਂ ਆਏਗਾ ਤੇ ਇਸ ਚੈਪਟਰ ਵਿੱਚੋਂ ਕੁੱਲ 4 ਅੰਕ ਦਾ ਪੇਪਰ ਸੈੱਟ ਹੋਏਗਾ। ਪਾਠ ਨੰਬਰ 5 ਕੋਲਾ ਅਤੇ ਪੈਟਰੋਲੀਅਮ। ਇਸ ਵਿੱਚੋਂ ਵੀ 1 ਅੰਕ ਵਾਲੇ 2 ਪ੍ਰਸ਼ਨ ਤੇ 3 ਅੰਕਾਂ ਵਾਲਾ 1 ਪ੍ਰਸ਼ਨ ਪੁੱਛਿਆ ਜਾਏਗਾ। 2 ਅੰਕਾਂ ਵਾਲਾ ਕੋਈ ਪ੍ਰਸ਼ਨ ਇਸ ਚੈਪਟਰ ਵਿੱਚੋਂ ਨਹੀਂ ਪੁੱਛਿਆ ਜਾਏਗਾ ਤੇ ਇਸ ਚੈਪਟਰ ਵਿੱਚੋਂ ਕੁੱਲ 5 ਅੰਕ ਜਿਹੜੇ ਹੈ ਉਹ ਪੇਪਰ ਵਿੱਚ ਸੈੱਟ ਹੋਣਗੇ। ਪਾਠ ਨੰਬਰ 6 ਜਲਨ ਅਤੇ ਲਾਟ। ਇਸ ਵਿੱਚੋਂ 3 ਪ੍ਰਸ਼ਨ 1-1 ਅੰਕ ਵਾਲੇ ਆਣਗੇ। 1 ਪ੍ਰਸ਼ਨ 2 ਅੰਕਾਂ ਵਾਲਾ। 3 ਅੰਕਾਂ ਵਾਲਾ ਕੋਈ ਪ੍ਰਸ਼ਨ ਇਸ ਚੈਪਟਰ ਵਿੱਚੋਂ ਨਹੀਂ ਆਏਗਾ ਤੇ ਇਸ ਚੈਪਟਰ ਦੀ ਵੀ ਕੁੱਲ ਵੇਟੇਜ 5 ਹੋਏਗੀ। ਫਿਰ ਪਾਠ ਨੰਬਰ 7 ਪੌਦਿਆਂ ਅਤੇ ਜੰਤੂਆਂ ਦੀ ਸੁਰੱਖਿਅਨ। ਇਹਨਾਂ ਵਿੱਚੋਂ ਵੀ 3 ਪ੍ਰਸ਼ਨ 1-1 ਅੰਕ ਵਾਲੇ ਆਣਗੇ। 1 ਪ੍ਰਸ਼ਨ 2 ਅੰਕਾਂ ਵਾਲਾ ਆਏਗਾ ਤੇ ਕੁੱਲ ਇਸ ਚੈਪਟਰ ਵਿੱਚੋਂ 5 ਅੰਕ ਦਾ ਪੇਪਰ ਆਏਗਾ। ਪਾਠ ਨੰਬਰ 8 ਸੈੱਲ ਬਣਤਰ ਅਤੇ ਕਾਰਜ। ਇਸ ਵਿੱਚੋਂ 3 ਪ੍ਰਸ਼ਨ 1-1 ਅੰਕ ਦੇ ਪੁੱਛੇ ਜਾਣਗੇ। 1 ਪ੍ਰਸ਼ਨ 2 ਅੰਕ ਦਾ ਪੁੱਛਿਆ ਜਾਏਗਾ। 3 ਅੰਕ ਵਾਲਾ ਕੋਈ ਪ੍ਰਸ਼ਨ ਇਸ ਚੈਪਟਰ ਵਿੱਚੋਂ ਨਹੀਂ ਪੁੱਛਿਆ ਜਾਏਗਾ ਤੇ ਕੁੱਲ ਇਸ ਚੈਪਟਰ ਵਿੱਚੋਂ 5 ਨੰਬਰ ਦਾ ਪੇਪਰ ਸੈੱਟ ਹੋਏਗਾ। ਪਾਠ ਨੰਬਰ 9 ਜੰਤੂਆਂ ਵਿੱਚ ਪ੍ਰਜਨਨ। ਇਸ ਚੈਪਟਰ ਵਿੱਚੋਂ 2 ਪ੍ਰਸ਼ਨ 1 ਅੰਕ ਵਾਲੇ 1 ਪ੍ਰਸ਼ਨ 2 ਅੰਕ ਵਾਲਾ ਆਏਗਾ ਤੇ 3 ਅੰਕ ਵਾਲਾ ਇਸ ਵਿੱਚੋਂ ਕੋਈ ਪ੍ਰਸ਼ਨ ਨਹੀਂ ਆਏਗਾ। ਇਸ ਚੈਪਟਰ ਦੀ ਵੀ ਕੁੱਲ ਵੇਟੇਜ 4 ਅੰਕ ਹੋਏਗੀ। ਨੈਕਸਟ ਬੇਟਾ ਪਾਠ ਨੰਬਰ 10 ਕਿਸ਼ੋਰ ਅਵਸਥਾ ਬਲ। ਇਹ ਤੁਹਾਡੇ ਸਿਲੇਬਸ ਵਿੱਚ ਨਹੀਂ ਹੈ। ਪਾਠ 11 ਬਲ ਅਤੇ ਦਾਬ। ਇਸ ਵਿੱਚੋਂ 2 ਪ੍ਰਸ਼ਨ 1 ਅੰਕ ਵਾਲੇ 2 ਅੰਕ ਦਾ ਕੋਈ ਪ੍ਰਸ਼ਨ ਵੀ ਨਹੀਂ ਆਏਗਾ। 1 ਪ੍ਰਸ਼ਨ 3 ਅੰਕਾਂ ਦਾ ਆਏਗਾ ਤੇ ਟੋਟਲ ਇਸ ਚੈਪਟਰ ਵਿੱਚੋਂ 5 ਨੰਬਰ ਦਾ ਪੇਪਰ ਸੈੱਟ ਹੋਏਗਾ। ਪਾਠ ਨੰਬਰ 12 ਰਗੜ। ਇਸ ਵਿੱਚੋਂ 3 ਪ੍ਰਸ਼ਨ 1-1 ਅੰਕ ਵਾਲੇ 1 ਪ੍ਰਸ਼ਨ 2 ਅੰਕ ਵਾਲਾ ਆਏਗਾ ਤੇ 3 ਅੰਕਾਂ ਦਾ ਇਸ ਵਿੱਚੋਂ ਕੋਈ ਪ੍ਰਸ਼ਨ ਨਹੀਂ ਆਏਗਾ। ਟੋਟਲ ਇਸ ਚੈਪਟਰ ਦੀ ਵੇਟੇਜ ਹੈ 5 ਅੰਕ। ਉਸ ਤੋਂ ਬਾਅਦ ਚੈਪਟਰ ਧੁਨੀ। ਇਸ ਵਿੱਚੋਂ 2 ਪ੍ਰਸ਼ਨ 1-1 ਅੰਕ ਵਾਲੇ ਤੇ 1 ਪ੍ਰਸ਼ਨ 3 ਅੰਕਾਂ ਵਾਲਾ ਹੋਏਗਾ। ਕੁੱਲ ਇਸ ਚੈਪਟਰ ਵਿੱਚੋਂ 5 ਨੰਬਰ ਦਾ ਪੇਪਰ ਸੈੱਟ ਹੋਏਗਾ ਤੇ ਇਸ ਚੈਪਟਰ ਵਿੱਚੋਂ 2 ਅੰਕ ਦਾ ਕੋਈ ਪ੍ਰਸ਼ਨ ਨਹੀਂ ਆਏਗਾ। ਪਾਠ ਨੰਬਰ 14 ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ। ਇਸ ਚੈਪਟਰ ਵਿੱਚੋਂ 3 ਪ੍ਰਸ਼ਨ 1-1 ਅੰਕ ਵਾਲੇ 1 ਪ੍ਰਸ਼ਨ 2 ਅੰਕਾਂ ਦਾ 3 ਅੰਕਾਂ ਦਾ ਕੋਈ ਪ੍ਰਸ਼ਨ ਵੀ ਨਹੀਂ ਆਏਗਾ ਤੇ ਕੁੱਲ ਇਸ ਚੈਪਟਰ ਵਿੱਚੋਂ 5 ਅੰਕਾਂ ਦਾ ਪੇਪਰ ਸੈੱਟ ਹੋਏਗਾ। ਚੈਪਟਰ ਨੰਬਰ 15 ਕੁਝ ਕੁਦਰਤੀ ਘਟਨਾਵਾਂ। ਇਹ ਸਿਲੇਬਸ ਵਿੱਚ ਨਹੀਂ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਪਹਿਲੇ ਵੀ ਦੱਸਿਆ ਗਿਆ। ਪਾਠ ਨੰਬਰ 16 ਪ੍ਰਕਾਸ਼। ਇਸ ਵਿੱਚੋਂ 2 ਪ੍ਰਸ਼ਨ 1 ਅੰਕ ਵਾਲੇ 1 ਪ੍ਰਸ਼ਨ 2 ਅੰਕ ਵਾਲਾ ਆਏਗਾ। 3 ਅੰਕ ਦਾ ਇਸ ਵਿੱਚੋਂ ਕੋਈ ਪ੍ਰਸ਼ਨ ਨਹੀਂ ਆਏਗਾ ਤੇ ਕੁੱਲ ਇਸ ਚੈਪਟਰ ਵਿੱਚੋਂ 4 ਅੰਕ ਦਾ ਪੇਪਰ ਸੈੱਟ ਹੋਏਗਾ। ਪਾਠ ਨੰਬਰ 17 ਤਾਰੇ ਅਤੇ ਸੂਰਜੀ ਮੰਡਲ। ਇਹ ਜਿਹੜਾ ਹੈ ਸਿਲੇਬਸ ਵਿੱਚੋਂ ਕੱਟ ਦਿੱਤਾ ਗਿਆ ਹੈ। ਇਸ ਵਿੱਚੋਂ ਪੇਪਰ ਨਹੀਂ ਆਏਗਾ। ਪਾਠ ਨੰਬਰ 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ। ਇਸ ਵਿੱਚੋਂ 1-1 ਅੰਕ ਵਾਲੇ 3 ਕੁਐਸਚਨ ਸੈੱਟ ਹੋਣਗੇ ਤੇ 1 ਕੁਐਸਚਨ 2 ਅੰਕ ਦਾ ਆਏਗਾ। 3 ਅੰਕਾਂ ਵਾਲਾ ਇਸ ਵਿੱਚੋਂ ਕੋਈ ਪ੍ਰਸ਼ਨ ਨਹੀਂ ਆਏਗਾ ਤੇ ਕੁੱਲ ਇਸ ਚੈਪਟਰ ਵਿੱਚੋਂ 5 ਅੰਕਾਂ ਦਾ ਪੇਪਰ ਸੈੱਟ ਹੋਏਗਾ। ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ 1-1 ਅੰਕ ਵਾਲੇ ਕੁੱਲ 35 ਪ੍ਰਸ਼ਨ ਆਣਗੇ ਇਹਨਾਂ ਸਾਰੇ ਚੈਪਟਰਸ ਵਿੱਚੋਂ ਤੇ ਇਸ 1-1 ਅੰਕ ਵਾਲੇ ਜਿਹੜਾ ਪਾਠ ਹੈ ਉਸ ਦੀ ਵੇਟੇਜ ਹੋਏਗੀ 35 ਮਾਰਕਸ ਤੇ 2-2 ਅੰਕ ਵਾਲੇ ਜਿਹੜੇ 10 ਪ੍ਰਸ਼ਨ ਸੈੱਟ ਹੋਣਗੇ ਪੇਪਰ ਵਿੱਚ ਤੇ ਇਸ ਭਾਗ ਦੀ ਵੇਟੇਜ ਹੋਏਗੀ 20 ਨੰਬਰ।
3-3 अंक वाले 5 प्रश्न पेपर विच आएंगे तो कुल 15 नंबर इस भाग की वेटेज होएगी। इस तरह 35, 20 ते 15 इन्हां नूं मिला के 70 अंक का तुहाडा लिखती पेपर जिहड़ा है वो सैट किया जाएगा। तुहाडे लई एक सैंपल पेपर भी जिहड़ा है वो तैयार होया है, जिहड़ा कि पंजाब एजुकेयर ऐप विच अपलोड किया गया है। मैं तुहानूं उस सैंपल पेपर की एक झलक दिखा रही हाँ। देखो बेटा, ये जिहड़ा 8वीं जमात का साइंस विषय का सैंपल पेपर है, इस विच सब तो पहला भाग ऊड़ा है, जिस विच एक एक अंक के 35 प्रश्न पूछे जाएंगे। इस विच जिहड़ी 35 प्रश्न पूछे जाएंगे उन्होंने भी डिवाइड किया गया है खाली थावां, बहुविकल्पी प्रश्न जिसनों तुसी MCQs कहते हो, मिलान करो जिसनों तुसी मैचअप्स कहते हो, तो सही गलत इन्हां पार्ट्स विच इसनों 35 अंकां नूं डिवाइड किया गया है। इस विचों 9 नंबर दियां खाली थावां आउणगियां। इस सैंपल पेपर विच 9 नंबर दियां खाली थावां दित्तियां गई है तो इस तरह तुहाडे भी फाइनल एग्जाम विच 9 मार्क्स के फिलअप्स आ सकते हैं। सही उत्तर की चोन करो, मतलब बहुविकल्पी प्रश्न तुहानूं दिते गए है, ये भी 9 नंबर के सैट किए गए हैं। तुसी देख सकते हो तुहानूं इत्थे प्रश्न दिते गए हैं तो उन्हां दियां कुछ ऑप्शनस दित्तियां गईयां हैं। तुसी इन्हां विचों सही ऑप्शन नूं चूज करना है। बेटा जिस तरह तुहानूं इत्थे प्रश्न दिता गया है, मलेरिया फ्लॉन वाले प्रोटोजोआ दा वाहक है, मादा एनोफिलिस, कॉकरोच, घरेलू मक्खी, तितली, तो तुहानूं ये 4 ऑप्शन दित्तियां होईयां हैं। तुसी इन्हां विचों राइट ऑप्शन चूज करनी है। ये 9 प्रश्न इस तरह के पूछे जाएंगे। उस तो बाद है बेटा मिलान करो। मिलान करो 8 नंबर ਦੇ ਆਣਗੇ। ਤੁਹਾਨੂੰ ਦੋ ਕਾਲਮ ਦਿੱਤੇ ਹੋਣਗੇ, ਕਾਲਮ ਊੜਾ ਅਤੇ ਕਾਲਮ ਐੜਾ। ਤੁਸੀਂ ਕਾਲਮ ਊੜੇ ਦੀਆਂ ਜਿਹੜੀ ਵਸਤਾਂ ਹਨ ਉਹਨਾਂ ਨੂੰ ਕਾਲਮ ਐੜੇ ਨਾਲ ਮੈਚ ਕਰਨਾ ਹੈ। ਇਹ ਮੈਚ ਦਾ ਕਾਲਮਸ 8 ਨੰਬਰ ਦੇ ਆਣਗੇ। ਉਸ ਤੋਂ ਬਾਅਦ ਹੈ ਬੇਟਾ ਹੇਠ ਲਿਖੇ ਕਥਨ ਠੀਕ ਹਨ ਜਾਂ ਗਲਤ। ਬੇਟਾ ਟਰੂ ਫਾਲਸ, ਸਹੀ ਗਲਤ, ਇਹ ਤੁਹਾਡੇ ਪੇਪਰ ਵਿੱਚ 9 ਨੰਬਰ ਦੇ ਆਣਗੇ ਤੇ ਇਸ ਤਰ੍ਹਾਂ ਜਿਸ ਤਰ੍ਹਾਂ ਸੈਂਪਲ ਪੇਪਰ ਵਿੱਚ ਦਿੱਤਾ ਗਿਆ ਇਸ ਤਰ੍ਹਾਂ ਦਾ ਪੇਪਰ ਸੈੱਟ ਹੋਏਗਾ। ਨੈਕਸਟ ਜਿਹੜਾ ਭਾਗ ਹੈ ਭਾਗ ਐੜਾ, ਉਸ ਵਿੱਚ 2-2 ਅੰਕਾਂ ਦੇ 10 ਪ੍ਰਸ਼ਨ ਪੁੱਛੇ ਜਾਣਗੇ। ਤੁਸੀਂ ਦੇਖ ਸਕਦੇ ਹੋ। ਸੂਖਮ ਜੀਵਾਂ ਦੇ 2 ਉਪਯੋਗ ਦੱਸੋ, ਮਤਲਬ ਇਸ ਪ੍ਰਸ਼ਨ ਵਿੱਚ ਤੁਹਾਨੂੰ ਉਪਯੋਗ ਪੁੱਛ ਲਏ ਗਏ ਹਨ। ਫਿਰ ਅਗਲਾ ਪ੍ਰਸ਼ਨ ਹੈ ਸੋਡੀਅਮ ਧਾਤ ਨੂੰ ਮਿੱਟੀ ਦੇ ਤੇਲ ਵਿੱਚ ਕਿਉਂ ਰੱਖਿਆ ਜਾਂਦਾ ਹੈ, ਮਤਲਬ ਇਸ ਵਿੱਚ ਰੀਜ਼ਨ ਪੁੱਛ ਲਿਆ ਗਿਆ ਹੈ। ਇਸ ਤਰ੍ਹਾਂ ਦੇ ਕੁਐਸਚਨ ਆ ਸਕਦੇ ਹਨ 2 ਨੰਬਰ ਵਿੱਚ। ਫਿਰ ਅਗਲਾ ਪ੍ਰਸ਼ਨ LPG ਲੱਕੜ ਨਾਲੋਂ ਵਧੀਆ ਘਰੇਲੂ ਬਾਲਣ ਕਿਉਂ ਹੈ, ਇੱਥੇ ਵੀ ਬੇਟਾ ਰੀਜ਼ਨਿੰਗ ਪੁੱਛੀ ਗਈ ਹੈ। ਇਸ ਤਰ੍ਹਾਂ ਦੇ ਪ੍ਰਸ਼ਨ ਤੁਸੀਂ ਤਿਆਰ ਕਰਨੇ ਹਨ ਤੇ ਇਹ 2-2 ਨੰਬਰ ਵਿੱਚ ਆ ਸਕਦੇ ਹਨ। ਤੁਹਾਡੀ ਕਿਤਾਬ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰਸ਼ਨ ਦਿੱਤੇ ਗਏ ਹਨ ਤੇ ਮੈਨੂੰ ਉਮੀਦ ਹੈ ਤੁਸੀਂ ਤਿਆਰੀ ਵੀ ਕੀਤੀ ਹੋਏਗੀ। ਬੇਟਾ ਉਸ ਤੋਂ ਬਾਅਦ ਦਿੱਤਾ ਗਿਆ ਹੈ ਰੈਡ ਡਾਟਾ ਬੁੱਕ ਕੀ ਹੈ, ਇਸ ਤਰ੍ਹਾਂ ਦੇ ਪ੍ਰਸ਼ਨ ਵੀ ਪੁੱਛੇ ਜਾ ਸਕਦੇ ਹਨ। ਫਿਰ ਜੰਤੂ ਸੈੱਲ ਦਾ ਲੇਬਲਡ ਚਿੱਤਰ ਬਣਾਓ, ਮਤਲਬ ਤੁਹਾਨੂੰ ਚਿੱਤਰ ਬਣਾਉਣ ਲਈ ਕਿਹਾ ਜਾ ਸਕਦਾ ਹੈ, ਉਸ ਦੀ ਲੇਬਲਿੰਗ ਕਰਨ ਲਈ ਕਿਹਾ ਜਾ ਸਕਦਾ ਹੈ ਤੇ ਤੁਸੀਂ ਚਿੱਤਰ ਵੀ ਚੰਗੀ ਤਰ੍ਹਾਂ ਸਿੱਖ ਲੈਣੇ ਹੈ। ਫਿਰ ਅਗਲਾ ਪ੍ਰਸ਼ਨ ਹੈ ਕਾਇਆ ਪਰਿਵਰਤਨ ਕਿਸ ਨੂੰ ਆਖਦੇ ਹਨ, ਇਹ ਵੀ ਤੁਸੀਂ ਇਸ ਤਰ੍ਹਾਂ ਦੇ ਪ੍ਰਸ਼ਨਾਂ ਦੀ ਤਿਆਰੀ ਕਰਨੀ ਹੈ। ਫਿਰ ਖਿਡਾਰੀ ਕਿੱਲਾਂ ਵਾਲੀ ਜੁੱਤੀ ਕਿਉਂ ਪਹਿਨਦੇ ਹਨ, ਇੱਥੇ ਵੀ ਰੀਜ਼ਨਿੰਗ ਵਾਲਾ ਕੁਐਸਚਨ ਪੁੱਛਿਆ ਬੇਟਾ। ਫਿਰ ਆਪਣੇ ਆਲੇ ਦੁਆਲੇ ਉਪਲਬਧ ਬਿਜਲੀ ਮੁਲੰਮਿਤ 4 ਵਸਤਾਂ ਦੇ ਨਾਂ ਦੱਸੋ। ਇਸ ਤਰ੍ਹਾਂ ਦੇ ਸ਼ਾਰਟ ਕੁਐਸਚਨਸ ਤੁਹਾਨੂੰ ਪੁੱਛੇ ਜਾ ਸਕਦੇ ਹੈ ਤੇ ਤੁਸੀਂ ਆਪਣੇ ਚੈਪਟਰ ਨੂੰ ਵੀ ਥੋਰੋਲੀ ਰੀਡ ਕਰਨਾ ਹੈ ਤੇ ਬੁੱਕ ਦੇ ਪਿੱਛੇ ਜਿਹੜੇ ਟੈਕਸਚੁਅਲ ਕੁਐਸਚਨ ਦਿੱਤੇ ਹੈ ਉਹਨਾਂ ਦੀ ਵੀ ਚੰਗੀ ਤਰ੍ਹਾਂ ਤਿਆਰੀ ਕਰਨੀ ਹੈ ਤਾਂ ਕਿ ਤੁਸੀਂ ਇਸ ਤਰ੍ਹਾਂ ਦੇ ਪ੍ਰਸ਼ਨਾਂ ਦੇ ਉੱਤਰ ਦੇ ਸਕੋ। ਅਗਲਾ ਪ੍ਰਸ਼ਨ ਦੇਖੋ ਪਰਾਵਰਤਨ ਦੇ ਨਿਯਮ ਦੱਸੋ। ਫਿਰ ਸਾਫ਼ ਅਤੇ ਪਾਰਦਰਸ਼ੀ ਪਾਣੀ ਹਮੇਸ਼ਾ ਪੀਣਯੋਗ ਹੁੰਦਾ ਹੈ, ਟਿੱਪਣੀ ਕਰੋ। ਇਸ ਤਰ੍ਹਾਂ ਦੇ ਸ਼ਾਰਟ ਕੁਐਸਚਨਸ ਤੁਹਾਨੂੰ 2 ਨੰਬਰ ਵਿੱਚ ਪੁੱਛੇ ਜਾਣਗੇ। ਲਾਸਟ ਭਾਗ ਹੋਏਗਾ ਪੇਪਰ ਦਾ ਭਾਗ ਈੜੀ। ਇਸ ਵਿੱਚ 3-3 ਅੰਕ ਵਾਲੇ 5 ਪ੍ਰਸ਼ਨ ਆਣਗੇ ਤੇ ਇਸ ਭਾਗ ਦੀ ਕੁੱਲ ਵੇਟੇਜ ਹੋਏਗੀ 15 ਨੰਬਰ। ਤੁਸੀਂ ਇਸ ਵਿੱਚ ਵੀ ਦੇਖ ਸਕਦੇ ਹੋ ਜਿਵੇਂ ਅੰਤਰ ਪੁੱਛੇ ਗਏ ਹੈ, ਰਸਾਇਣਿਕ ਖਾਦਾਂ ਤੇ ਰੂੜੀ ਖਾਦਾਂ ਵਿੱਚ ਅੰਤਰ ਸਪਸ਼ਟ ਕਰੋ, ਇਸ ਤਰ੍ਹਾਂ ਦੇ ਪ੍ਰਸ਼ਨ ਆ ਸਕਦੇ ਹਨ। ਫਿਰ ਪ੍ਰਤੀਜੈਵਿਕ ਦਵਾਈਆਂ ਕੀ ਹਨ, ਪ੍ਰਤੀਜੈਵਿਕ ਦਵਾਈਆਂ ਲੈਣ ਸਮੇਂ ਕਿਹੜੀਆਂ ਸਾਵਧਾਨੀਆਂ ਵਰਤਣੀ ਚਾਹੀਦੀਆਂ ਹਨ। ਤੁਹਾਡੀ ਅੰਡਰਸਟੈਂਡਿੰਗ ਬੇਸਡ, ਰੀਜ਼ਨਿੰਗ ਬੇਸਡ ਇਹ ਸਭ ਕੁਐਸਚਨ ਆ ਸਕਦੇ ਆ। ਮਤਲਬ ਤੁਹਾਨੂੰ ਆਪਣਾ ਸਿਲੇਬਸ ਥੋਰੋਲੀ ਪੜ੍ਹਨਾ ਪਏਗਾ ਤੇ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਪੇਪਰ ਅਟੈਂਪਟ ਕਰ ਸਕਦੇ ਹੋ। ਕੋਲਾ ਅਤੇ ਪੈਟਰੋਲੀਅਮ ਖਤਮ ਹੋਣ ਵਾਲੇ ਪ੍ਰਾਕ੍ਰਿਤਿਕ ਸਾਧਨ ਕਿਉਂ ਹਨ, ਇਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾ ਸਕਦੇ ਹੈ। ਫਿਰ ਦੇਖੋ 18ਵੇਂ ਕੁਐਸਚਨ ਵਿੱਚ ਇੱਕ ਪ੍ਰਸ਼ਨ ਦੇ ਉਹਨਾਂ ਨੇ ਕੁਝ ਭਾਗ ਬਣਾਏ ਹੈ ਊੜਾ ਅਤੇ ਐੜਾ, ਇਸ ਤਰ੍ਹਾਂ ਵੀ ਪੁੱਛਿਆ ਜਾ ਸਕਦਾ ਹੈ। ਮਤਲਬ 3 ਅੰਕ ਵਿੱਚ ਇੱਕ ਪ੍ਰਸ਼ਨ ਦੇ 2 ਜਾਂ 3 ਪਾਰਟਸ ਬਣਾ ਕੇ ਵੀ ਉਹ ਪੁੱਛ ਸਕਦੇ ਹੈ।
ਜਿਸ ਤਰ੍ਹਾਂ ਤੁਸੀਂ ਦੇਖਦੇ ਹੋ 18ਵੇਂ ਪ੍ਰਸ਼ਨ ਦਾ ਪਹਿਲਾ ਪਾਰਟ ਉਹਨਾਂ ਨੇ ਪੁੱਛਿਆ, ਤੁਸੀਂ ਆਪਣੇ ਹੱਥ ਵਿੱਚ ਪਾਣੀ ਨਾਲ ਭਰੀ ਇੱਕ ਪਲਾਸਟਿਕ ਦੀ ਬਾਲਟੀ ਨੂੰ ਲਟਕਾਇਆ ਹੋਇਆ ਹੈ, ਬਾਲਟੀ ਉੱਤੇ ਲੱਗਣ ਵਾਲੇ ਬਲ ਦੇ ਨਾਂ ਦੱਸੋ, ਹੈ ਨਾ। ਅਤੇ ਇਸ ਤੋਂ ਇਲਾਵਾ ਐੜੇ ਭਾਗ ਵਿੱਚ ਦੇਖੋ, ਫੁਲਾਇਆ ਹੋਇਆ ਗੁਬਾਰਾ ਬਨਾਵਟੀ ਕੱਪੜੇ ਦੇ ਟੁਕੜੇ ਨਾਲ ਰਗੜ ਕੇ ਇੱਕ ਦੀਵਾਰ ਨਾਲ ਦਬਾਇਆ ਗਿਆ, ਗੁਬਾਰਾ ਦੀਵਾਰ ਨਾਲ ਚਿੰਬੜ ਜਾਂਦਾ ਹੈ, ਦੀਵਾਰ ਅਤੇ ਗੁਬਾਰੇ ਦੇ ਵਿੱਚ ਆਕਰਸ਼ਣ ਦੇ ਲਈ ਜ਼ਿੰਮੇਵਾਰ ਬਲ ਦਾ ਨਾਂ ਦੱਸੋ। ਮਤਲਬ ਇਸ ਤਰ੍ਹਾਂ ਦੇ ਐਕਟੀਵਿਟੀ ਬੇਸਡ ਤੁਹਾਡੇ ਸ਼ਾਰਟ ਕੁਐਸਚਨਸ ਵੀ ਪੁੱਛੇ ਜਾ ਸਕਦੇ ਹੈ ਅਤੇ ਇੱਕ ਕੁਐਸਚਨ ਦੇ ਪਾਰਟਸ ਬਣਾ ਕੇ ਵੀ ਪੁੱਛੇ ਜਾ ਸਕਦੇ ਹੈ। ਓਵਰਆਲ ਇਸ 18ਵੇਂ ਕੁਐਸਚਨ ਦੇ ਜਦੋਂ ਊੜਾ ਅਤੇ ਐੜਾ ਤੁਸੀਂ ਦੋਨੋਂ ਭਾਗ ਅਟੈਂਪਟ ਕਰੋਗੇ ਤਾਂ ਤੁਹਾਨੂੰ ਪੂਰੇ 3 ਨੰਬਰ ਮਿਲਣਗੇ। ਫਿਰ 19ਵਾਂ ਕੁਐਸਚਨ ਦੇਖੋ, ਸ਼ੋਰ ਅਤੇ ਸੰਗੀਤ ਵਿੱਚ ਅੰਤਰ ਦੱਸੋ। ਇਸ ਤਰ੍ਹਾਂ ਦੇ ਪ੍ਰਸ਼ਨ ਤੁਹਾਨੂੰ ਪੇਪਰ ਵਿੱਚ ਪੁੱਛੇ ਜਾਣਗੇ। ਅਤੇ ਬੇਟਾ ਉਮੀਦ ਕਰਦੀ ਹਾਂ ਕਿ ਹੁਣ ਤੁਹਾਨੂੰ ਸਾਰਾ ਪੇਪਰ ਸਟਾਈਲ ਚੰਗੀ ਤਰ੍ਹਾਂ ਕਲੀਅਰ ਹੋ ਗਿਆ, ਸੈਂਪਲ ਪੇਪਰ ਵੀ ਤੁਸੀਂ ਦੇਖ ਲਿਆ ਅਤੇ ਰਿਡਿਊਸ ਸਿਲੇਬਸ ਬਾਰੇ ਵੀ ਤੁਹਾਨੂੰ ਪੂਰੀ ਡਿਟੇਲ ਵਿੱਚ ਜਾਣਕਾਰੀ ਦੇ ਦਿੱਤੀ ਗਈ ਹੈ। ਬੇਟਾ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਸ ਵੀਡੀਓ ਤੋਂ ਜਿਹੜੀ ਜਾਣਕਾਰੀ ਪ੍ਰਾਪਤ ਹੋਈ ਹੈ ਉਸ ਦੇ ਆਧਾਰ 'ਤੇ ਤੁਸੀਂ ਆਪਣੇ ਪੇਪਰ ਦੀ ਬਹੁਤ ਵਧੀਆ ਤਿਆਰੀ ਕਰੋਗੇ। ਬੇਟਾ ਇਸ ਵਿੱਚ ਜਿਹੜਾ ਰਿਡਿਊਸ ਸਿਲੇਬਸ, ਸੈਂਪਲ ਪੇਪਰ ਅਤੇ ਪ੍ਰਸ਼ਨ ਪੇਪਰ ਦੀ ਬਣਤਰ ਦਰਸਾਏ ਗਏ ਹਨ ਉਹ ਸਭ ਪੰਜਾਬ ਐਜੂਕੇਅਰ ਐਪ 'ਤੇ ਅਵੇਲੇਬਲ ਹਨ। ਤੁਹਾਡਾ ਸਾਰਾ ਸਟੱਡੀ ਮਟੀਰੀਅਲ ਵੀ ਪੰਜਾਬ ਐਜੂਕੇਅਰ ਐਪ 'ਤੇ ਅਵੇਲੇਬਲ ਹੈ ਅਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਆਪਣੇ ਪੇਪਰ ਦੀ ਵਧੀਆ ਤਿਆਰੀ ਕਰੋਗੇ ਅਤੇ ਆਪਣੇ ਪੇਪਰ ਦੀ ਤਿਆਰੀ ਲਈ ਜੇਕਰ ਤੁਹਾਨੂੰ ਕੋਈ ਹੈਲਪ ਚਾਹੀਦੀ ਹੈ ਤਾਂ ਤੁਸੀਂ ਪੰਜਾਬ ਐਜੂਕੇਅਰ ਐਪ ਦੀ ਵਰਤੋਂ ਜ਼ਰੂਰ ਕਰੋਗੇ। ਥੈਂਕ ਯੂ ਵੈਰੀ ਮਚ। ਆਲ ਦਾ ਬੈਸਟ ਫॉर योर एग्ज़ाम।